हेलो एवरीवन वेलकम टू माय यूट्यूब चैनल आइल्स विद एमके। सो गाइज़ अज इस वीडियो दे विच मैं अपनी ऑनलाइन क्लास का राइटिंग टास्क 2 डिस्कस करन लगी हाँ। डायरैक्ट क्वेश्चन आ। आई होप तुहानूं वधिया लगूगी वीडियो। जो वधिया लगी तो कमेंट सैक्शन दे विच ज़रूर दस्सिओ। सो गाइज़ एक गल नूं क्लीयर करना चाहती हाँ कि ऑनलाइन क्लास अवेलेबल है। मैं ऑफर चलाया होया आ जो 7 अगस्त तक आ। जस्ट थानू जो फी आ वो 3600 डिपॉजिट करनी पैनी आ। आफ्टर 7 अगस्त जो फीस आ वो 4800 हो जानी आ। सो जे कोई भी बच्चा इंटरस्टिड आ इस नंबर के उत्ते मैनू मैसेज कर सकता है। सिर्फ मैसेजेस नूं ही असैप्ट किया जाऊगा, कॉल्स नूं असैप्ट नहीं किया जाएगा। सो गाइज़ किवें दी वीडियो लगी अपना फीडबैक कमेंट सैक्शन दे विच ज़रूर दस्सिओ। सो हुण आपां स्टार्ट करते हैं अज दी वीडियो नूं ज़्यादा टाइम वेस्ट ना करते हुए। मैम मैनू तुहाडी जिवें राइटिंग की क्लास वधिया लगी तो जिद्दां टास्क 2 च तुसीं कंपलैक्सिटी वगैरह पाउणी आ ਉਹਦੇ ਨਾਲ ਜਿੱਦਾਂ ਮੇਰੀ ਵੀ ਪਹਿਲਾਂ ਮੈਂ ਕੰਪਲੈਕਸ ਵਗੈਰਾ ਯੂਜ਼ ਨਹੀਂ ਕਰਦੀ ਸੀਗੀ। ਦੈਨ ਜਦੋਂ ਦੀ ਤੁਹਾਡੀ ਕਲਾਸ ਲਾਈ ਉਸ ਤੋਂ ਬਾਅਦ ਮੈਂ ਕੰਪਲੈਕਸ ਵਗੈਰਾ ਕਨੈਕਟਰ ਉਹ ਯੂਜ਼ ਕਰਨ ਲੱਗੀ ਹਾਂ ਅਤੇ ਟਾਸਕ 2 ਕਰਨ ਦਾ ਮੈਨੂੰ ਇਹ ਪਤਾ ਲੱਗਾ ਈਵਨ ਮੇਰੀ ਵੋਕੈਬਲਰੀ ਵੀ ਇੰਪਰੂਵ ਹੋਈ ਆ ਜਿਹੜੀ ਮੈਂ ਟਾਸਕ 2  'ਚ ਹੁਣ ਥੋੜ੍ਹਾ हाई लैवल की यूज़ करती मेरी मैं बहुत सिंपल लिखती सी। दैन राइटिंग टास्क 2 फस्ट ऑफ ऑल जो मैं क्लास लाई दैन उस तो बाद इस चीज़ का इफैक्ट मेरी स्पीकिंग च भी पिया जिद्दां मैं स्पीकिंग में बोलती हाँ ना तो एक तो मैं वो हम कंपलैक्स यूज़ करती हाँ। दैन जिद नाल कनैक्टर वगैरह यूज़ करके वो चीज़ मेरी इंप्रूव हुई है। राइटिंग का इफैक्ट यानी कि स्पीकिंग ते पिया। टास्क 1 भी जिद्दां तुसीं करवाउण दा तरीका तुहाडा वधिया वा जिद्दां ਉਹਦੇ 'ਚ ਵੀ ਤੁਸੀਂ ਕੰਪਲੈਕਸ ਵਗੈਰਾ ਯੂਜ਼ ਕਰਦੇ ਆ ਤੇ ਪੈਸਿਵ ਨੂੰ ਜ਼ਿਆਦਾ ਵੀ ਯੂਜ਼ ਕਰਦੇ ਆ ਉਹਦੇ ਨਾਲ ਜਿਵੇਂ ਵਧੀਆ ਇੰਪੈਕਟ ਪੈਂਦਾ ਉਹ ਚੀਜ਼ ਮੇਰੀ ਉਹ ਦੋਵੇਂ ਜਿਵੇਂ ਟਾਸਕ ਮੇਰੇ ਇੰਪਰੂਵ ਹੋਇਆ। ਅਤੇ ਟਾਸਕ 2 'ਚ ਜਿਵੇਂ ਤੁਸੀਂ ਪਹਿਲਾਂ ਦੱਸਦੇ ਆ ਕਿ ਕਿਹੜੇ ਟਾਸਕ ਨੂੰ ਕਿੱਦਾਂ ਲਿਖਣਾ ਵਾ ਉਹ ਪਹਿਲਾਂ ਮੈਨੂੰ ਨਹੀਂ ਪਤਾ ਸੀਗਾ ਕਿ ਕਿਹਨੂੰ ਕਿੱਦਾਂ ਲਿਖਦੇ ਆ ਵੀ BP1 'ਚ ਕੀ ਲਿਖਣਾ BP2 'ਚ ਕਿੱਦਾਂ ਐਕਸਪਲੇਨ ਕਰਨਾ ਕਨਕਲੂਜਨ ਕਿੱਦਾਂ ਲਿਖਣਾ ਨਾ। ਹਾਂਜੀ ਉਹ ਚੀਜ਼ ਮੇਰੀ ਵਧੀਆ ਹੋਈ। ਓਕੇ थैंक यू जी। एडवांटेजेस एग्री डिसएग्री कोई यूज़ नहीं किया होया ਜਿਹਦੇ ਵਿੱਚ ਕੋਈ ਵਰਡ ਨਹੀਂ ਕੀਤਾ ਹੁੰਦਾ ਸਿਰਫ ਤੁਹਾਨੂੰ ਕੁਐਸਚਨ ਪੁੱਛੇ ਹੁੰਦੇ ਆ ਨਾ ਉਹ ਹੁੰਦਾ ਡਾਇਰੈਕਟ ਕੁਐਸਚਨ। ਠੀਕ ਹੈ ਕੋਈ ਵਰਡ ਇਹਦੇ ਵਿੱਚ ਆਊਟ ਵੇ ਐਕਸਟੈਂਟ ਕੋਈ ਨਹੀਂ ਆਇਆ ਉਹਨਾਂ ਨੇ ਜਸਟ ਤੁਹਾਡੇ ਤੋਂ ਰੀਜ਼ਨਸ ਪੁੱਛੇ ਹੁੰਦੇ ਆ ਇਹਦੇ ਵਿੱਚ ਉਹ ਟਾਈਪ ਹੁੰਦੀ ਹੈ ਡਾਇਰੈਕਟ ਕੁਐਸਚਨ। ਕੁਐਸਚਨ ਹੈਗਾ ਕਿ ਅੱਜ ਕੱਲ੍ਹ ਕਿਉਂ ਯੰਗ ਲੋਕ ਘੱਟ ਜਾਂਦੇ ਆ ਆਰਟ ਗੈਲਰੀ ਮਤਲਬ ਮਿਊਜ਼ੀਅਮ ਦੇ ਵਿੱਚ ਕਿਉਂ ਘੱਟ ਜਾਂਦੇ ਆ ਰੀਜ਼ਨ ਦੱਸੋ ਕਿਉਂ ਜਾਂਦੇ ਆ ਅਤੇ ਦੂਸਰਾ ਇਹਦੇ ਬੈਨੀਫਿਟ ਕੀ ਆ। ਕੁਐਸਚਨ ਸੀਗਾ ਕਿ ਕਿਉਂ ਅੱਜ ਕੱਲ੍ਹ ਘੱਟ ਯੰਗਸਟਰ ਮਿਊਜ਼ੀਅਮ ਦੇ ਵਿੱਚ ਜਾਂਦੇ ਆ। ਠੀਕ ਹੈ ਅਤੇ ਆਪਾਂ ਦੱਸਦੇ ਹਾਂ ਬੈਨੀਫਿਟ ਮਿਊਜ਼ੀਅਮ ਦੇ ਕੀ ਹੈ ਇਹ ਆਪਾਂ ਤੋਂ ਕੁਐਸਚਨ ਸੀਗਾ। ਠੀਕ ਹੈ ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਨੂੰ ਡਾਇਰੈਕਟ ਕੁਐਸਚਨ ਆ ਜਾਂਦਾ ਆ ਡਾਇਰੈਕਟ ਕੁਐਸਚਨ ਕਿਵੇਂ ਆਈਡੈਂਟੀਫਾਈ ਕਰਨਾ ਹੁੰਦਾ ਇਹਦੇ ਵਿੱਚ ਕੋਈ ਵਰਡ ਐਡਵਾਂਟੇਜ ਡਿਸਐਡਵਾਂਟੇਜ ਅਗਰੀ ਡਿਸਅਗਰੀ ਬੋਥ ਵੀ ਉਹ ਕੋਈ ਯੂਜ਼ ਨਹੀਂ ਕੀਤਾ ਹੁੰਦਾ ਇਸ ਦੇ ਵਿੱਚ। ਠੀਕ ਹੈ ਉੱਥੋਂ ਆਪਾਂ ਆਈਡੈਂਟੀਫਾਈ ਕਰ ਸਕਦੇ ਹਾਂ ਕਿ ਇਹ ਡਾਇਰੈਕਟ ਕੁਐਸਚਨ ਹੈ। ਜਸਟ ਤੁਹਾਡੇ ਕੋਲ ਉਹਨਾਂ ਨੇ ਕੁਐਸਚਨ ਪੁੱਛਿਆ ਕਿ ਕਿਉਂ ਇੱਦਾਂ ਹੁੰਦਾ ਹੈ। ਠੀਕ ਹੈ ਕੀ ਇਹਦੇ ਬੈਨੀਫਿਟ ਆ ਸਾਨੂੰ ਪੁੱਛਿਆ ਹੋਇਆ ਕੋਈ ਐਕਸਟੈਂਟ ਨਹੀਂ ਪੁੱਛਿਆ ਕੋਈ ਅਗਰੀ ਪੋਜ਼ੀਟਿਵ ਨੈਗੇਟਿਵ ਕੁਛ ਨਹੀਂ ਪੁੱਛਿਆ ਹੋਇਆ ਨਾ ਜਸਟ। ਹੁਣ ਇਹਦਾ ਸਟਰਕਚਰ ਦੇਖੋ ਸਟਰਕਚਰ ਦੇ ਵਿੱਚ ਸਭ ਤੋਂ ਪਹਿਲਾਂ ਆਊਗੀ ਇੰਟਰੋ ਦੇ ਵਿੱਚ ਰੀਫਰੇਜ਼ ਆਊਗਾ ਦੈਨ ਥੀਸਿਸ ਆਊਗੀ। ਬੋਡੀ ਪੈਰਾਗ੍ਰਾਫ 1 ਦੇ ਵਿੱਚ ਆਪਾਂ ਰੀਜ਼ਨ ਦੱਸਣਾ ਕਿ ਉਹ ਕਿਉਂ ਨਹੀਂ ਜਾਂਦੇ ਹੈਗੇ ਉਹ ਰੀਜ਼ਨ ਆਪਾਂ ਦੱਸਣਾ ਆ। ਦੈਨ ਟਾਸਕ ਸਟੇਟਮੈਂਟ ਦੱਸਾਂਗੇ ਐਕਸਪਲੇਨ ਐਗਜ਼ਾਮਪਲ ਦੈਨ ਰਿਜ਼ਲਟ ਇਹ ਸਾਰੀਆਂ ਚੀਜ਼ਾਂ ਆਉਣਗੀਆਂ BP1 ਦੇ ਵਿੱਚ। ਅਤੇ BP2 ਦੇ ਵਿੱਚ ਆਪਾਂ ਕੀ ਚੀਜ਼ ਨੂੰ ਲਿਖਣਾ ਆ ਸੋ BP2 ਦੇ ਵਿੱਚ ਬੇਸਿਕਲੀ ਆਪਾਂ ਲਿਖਾਂਗੇ ਬੈਨੀਫਿਟਸ ਨੂੰ। BP2 ਦੇ ਵਿੱਚ ਆਪਾਂ ਬੈਨੀਫਿਟਸ ਦੱਸਣੇ ਆ। ਟਾਸਕ ਸਟੇਟਮੈਂਟ 'ਚ ਦੱਸਾਂਗੇ ਕਿ ਇਹਦਾ ਇਹ ਬੈਨੀਫਿਟ ਹੈਗਾ ਆ ਦੈਨ ਉਸ ਬੈਨੀਫਿਟ ਨੂੰ ਐਕਸਪਲੇਨ ਕਰਾਂਗੇ ਦੈਨ ਉਸ ਤੋਂ ਬਾਅਦ ਉਹਦੇ ਨਾਲ ਰਿਲੇਟਡ ਇੱਕ ਐਗਜ਼ਾਮਪਲ ਦੇਵਾਂਗੇ। ਠੀਕ ਹੈ ਦੈਨ ਇਸ ਤੋਂ ਬਾਅਦ ਕੀ ਆਊਗਾ ਰਿਜ਼ਲਟ। ਠੀਕ ਹੈ ਉਸ ਤੋਂ ਬਾਅਦ ਉਹਦਾ ਰਿਜ਼ਲਟ ਦੇਵਾਂਗੇ ਆਪਾਂ। ਕਨਕਲੂਜ਼ਨ ਆਲਦੋ ਦੇਖ ਕੇ ਰੀਜ਼ਨ ਕੌਮਾ ਪਾ ਕੇ ਬੈਨੀਫਿਟ। ਠੀਕ ਹੈ ਕੌਮਾ ਪਾ ਕੇ ਬੈਨੀਫਿਟ ਆਲਦੋ ਦੇਖ ਕੇ ਰੀਜ਼ਨ। ਸੋ ਜਦੋਂ ਮੈਂ ਤੁਹਾਨੂੰ ਸੈਂਪਲ ਆਨਸਰ ਸ਼ੋ ਕਰਾਂਗੀ ਦੈਨ ਤੁਹਾਨੂੰ ਜ਼ਿਆਦਾ ਕਲੈਰਿਟੀ ਆਊਗੀ ਕਿ ਕਿਵੇਂ ਲਿਖਿਆ ਹੋਇਆ ਹੈ।
ਸੋ ਦੇਖੋ ਇਟ ਇਜ਼ ਕੰਸੀਡਰਡ ਦੈਟ ਮੈਂ ਕਿ ਇਹ ਗੱਲ ਮੰਨੀ ਜਾਂਦੀ ਆ ਇਨ ਦਿਸ ਮਾਡਰਨ ਐਰਾ ਅੱਜ ਕੱਲ੍ਹ ਦੇ ਐਰਾ ਦੇ ਵਿੱਚ ਯੰਗ ਜਨਰੇਸ਼ਨ ਇੰਟਰਸਟ ਟੂਵਰਡਸ ਮਿਊਜ਼ੀਅਮ ਇਜ਼ ਪਲੰਜਿੰਗ ਡੇ ਬਾਈ ਡੇ ਯੰਗ ਜਨਰੇਸ਼ਨ ਦਾ ਇੰਟਰਸਟ ਮਿਊਜ਼ੀਅਮ ਦੀ ਤਰਫ ਰੋਜ਼ ਘਟਦਾ ਜਾ ਰਿਹਾ ਡੇ ਬਾਈ ਡੇ ਘਟਦਾ ਜਾ ਰਿਹਾ ਪਲੰਜਿੰਗ ਹੁੰਦਾ ਡਿਕਰੀਜ਼ ਹੋਣਾ ਜਿਹੜਾ ਇੰਟਰਸਟ ਆ ਉਹਨਾਂ ਦਾ ਘਟਦਾ ਜਾ ਰਿਹਾ ਹੈ ਮਿਊਜ਼ੀਅਮ ਦੀ ਤਰਫ this essay will explicate cause along with the merits in upcoming paragraphs ਇਹ ਹੋ ਗਈ ਮੇਰੀ thesis ਇਹ essay explain ਕਰੂਗਾ reasons ਨੂੰ ਤੇ ਨਾਲ ਦੱਸੂਗਾ advantages ਮਿਊਜ਼ੀਅਮ ਦੀਆਂ ਆਉਣ ਵਾਲੇ ਪੈਰਾਗ੍ਰਾਫਸ ਦੇ ਵਿੱਚ ਹੁਣ ਆਪਾਂ BP1 ਦੇ ਵਿੱਚ ਰੀਜ਼ਨ ਦੱਸਣਾ ਕਿ ਉਹ ਕਿਉਂ ਨਹੀਂ ਜਾਂਦੇ ਆ ਉੱਥੇ ਟੂ ਕਮੈਂਟਸ ਵਿਦ ਕਨੈਕਟਰ ਯੂਜ਼ ਕੀਤਾ ਟੂ ਕਮੈਂਟਸ ਵਿਦ ਦੇਰ ਆਰ ਮਲਟੀਫੇਰੀਅਸ ਰੀਜ਼ਨ ਬਿਹਾਈਂਡ ਦਿਸ ਸਟੇਟਮੈਂਟ ਇਸ ਸਟੇਟਮੈਂਟ ਦੇ ਪਿੱਛੇ ਬਹੁਤ ਸਾਰੇ ਰੀਜ਼ਨਸ ਆ ਕਿ ਉਹ ਕਿਉਂ ਨਹੀਂ ਜਾਂਦੇ ਹੈਗੇ ਦ ਪ੍ਰੋਮੀਨੈਂਟ ਵਨ ਜੋ ਮੇਨ ਰੀਜ਼ਨ ਆ ਕਿ ਉਹ ਕਿਉਂ ਨਹੀਂ ਜਾਂਦੇ ਈਜ਼ੀ ਅਸੈਸਿਬਿਲਿਟੀ ਆਫ ਨੋਟ ਓਨਲੀ ਆਟੋਮੇਸ਼ਨ ਬਟ ਆਲਸੋ ਪਲੈਥੋਰਾ ਆਫ ਡੀਸੈਂਟ ਅਮੈਨਿਟੀਜ਼ ਮੈਂ ਕਿਹਾ ਅੱਜ ਕੱਲ੍ਹ ਟੈਕਨੀਕਲ ਗੈਜਟਸ ਬਹੁਤ ਈਜ਼ੀਲੀ ਅਵੇਲੇਬਲ ਹੈਗੇ ਉਹਨਾਂ ਦੇ ਘਰਾਂ ਦੇ ਵਿੱਚ ਅਤੇ ਦੂਸਰਾ ਹੋਰ ਵੀ ਡੀਸੈਂਟ ਵਧੀਆ ਅਮੈਨਿਟੀਜ਼ ਹੈਗੀਆਂ ਉਹ ਉੱਥੇ ਜਾਂਦੇ ਆ ਮਿਊਜ਼ੀਅਮ ਨੂੰ ਪ੍ਰੈਫਰੈਂਸ ਤਾਂ ਕਰਕੇ ਉਹ ਨਹੀਂ ਦਿੰਦੇ ਹੁਣ ਮੈਂ ਐਕਸਪਲੇਨ ਕਰਨਾ ਕਿ ਕਿਹੜੇ ਟੈਕਨੀਕਲ ਗੈਜਟਸ ਆ ਅਤੇ ਕਿਹੜੀਆਂ ਫੈਸਿਲਿਟੀਜ਼ ਕਰਕੇ ਉਹ ਉੱਥੇ ਨਹੀਂ ਜਾਂਦੇ ਆ ਟੂ ਐਕਸਪਲੇਨ ਇਟ ਦਾ ਕਨੈਕਟਰ ਯੂਜ਼ ਕੀਤਾ ਇਨ ਦਿਸ ਟੈਕਨੀਕਲ ਐਰਾ ਅੱਜ ਕੱਲ੍ਹ ਦੇ ਐਰਾ ਦੇ ਵਿੱਚ ਯੂਥ ਗਿਵ ਮੱਚ ਸਿੰਗਲ ਆਊਟ ਜਿਹੜਾ ਯੂਥ ਆ ਅੱਜ ਕੱਲ੍ਹ ਦਾ ਉਹ ਕਿਹਨੂੰ ਜ਼ਿਆਦਾ ਪ੍ਰੈਫਰੈਂਸ ਦਿੰਦਾ ਆ ਉਹ ਬੇਸਿਕਲੀ ਪ੍ਰੈਫਰੈਂਸ ਦਿੰਦਾ ਹੈ ਵੀਡੀਓ ਗੇਮਸ ਨੂੰ ਔਰ ਅਦਰ ਐਂਟਰਟੇਨਮੈਂਟ ਐਕਟੀਵਿਟੀਜ਼ ਜਿਵੇਂ ਸਿਨੇਮਾਸ ਰੈਸਟੋਰੈਂਟ ਇਹਨਾਂ ਦੇ ਵਿੱਚ ਜਾਣਾ ਉਹ ਜ਼ਿਆਦਾ ਪ੍ਰੈਫਰ ਕਰਦੇ ਆ ਜਾਂ ਫਿਰ ਵੀਡੀਓ ਗੇਮਸ ਦੇ ਵਿੱਚ ਬਾਈ ਵਿਚ ਦੇਅਰ ਇੰਟਰਸਟ ਰਿਲੇਟਡ ਟੂ ਆਰਟ ਗੈਲਰੀ ਹੈਵ ਬਿਨ ਪਲੰਮਟਿੰਗ ਜਿਹਦੇ ਕਰਕੇ ਉਹਨਾਂ ਦਾ ਇੰਟਰਸਟ ਜਿਹੜਾ ਆ ਮਿਊਜ਼ੀਅਮ ਦੀ ਤਰਫ ਘਟਦਾ ਜਾ ਰਿਹਾ ਆ ਠੀਕ ਹੈ ਮੈਂ ਕੀ ਦੱਸਿਆ ਆਪਾਂ ਉਸਨੂੰ ਐਕਸਪਲੇਨ ਕੀਤਾ ਕਿ ਕਿਹੜੀ ਫੈਸਿਲਿਟੀਜ਼ ਹੈ ਕਿਵੇਂ ਟੈਕਨੋਲੋਜੀ ਦੇ ਨਾਲ ਦੈਨ ਮੈਂ ਉਹਨੂੰ ਦੱਸਿਆ ਕਿ ਅੱਜ ਕੱਲ੍ਹ ਟੈਕਨੀਕਲ ਗੈਜਟਸ ਦੇ ਕਾਰਨ ਕੀ ਹੋ ਰਿਹਾ ਆ ਲੋਕ ਵੀਡੀਓ ਗੇਮਸ ਖੇਡਦੇ ਆ ਜਾਂ ਦੂਸਰੀ ਐਕਟੀਵਿਟੀਜ਼ ਦੇ ਵਿੱਚ ਇਨਰੋਲ ਰਹਿਣਾ ਜ਼ਿਆਦਾ ਪਸੰਦ ਕਰਦੇ ਆ ਜਿਹਦੇ ਕਰਕੇ ਉਹਨਾਂ ਦਾ ਇੰਟਰਸਟ ਆ ਉਹ ਘਟਦਾ ਜਾ ਰਿਹਾ ਡੇ ਬਾਈ ਡੇ ਹੁਣ ਇਹਦੇ ਨਾਲ ਰਿਲੇਟਡ ਦੇਣੀ ਹੈ ਇੱਕ ਐਗਜ਼ਾਮਪਲ ਦੇਣ ਲਈ ਕਨੈਕਟਰ ਯੂਜ਼ ਕੀਤਾ ਫੋਰ ਐਗਜ਼ਾਮਪਲ ਇਟ ਵਾਜ਼ ਏ ਹੈਡਲਾਈਨ ਇਨ ਦ ਨਿਊਜ਼ਪੇਪਰ ਦੇ ਵਿੱਚ ਹੈਡਲਾਈਨ ਸੀ ਵਿਚ ਰਿਵੀਲ ਦੈਟ ਜਿਹਨੇ ਇਹ ਗੱਲ ਨੂੰ ਰਿਵੀਲ ਕੀਤਾ ਆ 10 ਆਊਟ ਆਫ 8 ਟੀਨੇਜਰ 10 ਵਿੱਚੋਂ 8 ਟੀਨੇਜਰ ਆ ਗਿਵ ਮੱਚ ਪ੍ਰੈਫਰੈਂਸ ਟੂ ਟੈਕਨੀਕਲ ਗੈਜਟਸ ਸਿਨੇਮਾਜ਼ ਐਜ਼ ਵੈਲ ਐਜ਼ ਰੈਸਟੋਰੈਂਟ ਇੰਸਟੈਡ ਆਫ ਐਗਜ਼ੀਬਿਸ਼ਨ ਉਹ ਕਿਹਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਆ ਟੈਕਨੀਕਲ ਗੈਜਟਸ ਨੂੰ ਸਿਨੇਮਾਸ ਨੂੰ ਰੈਸਟੋਰੈਂਟਸ ਨੂੰ ਐਗਜ਼ੀਬਿਸ਼ਨ ਜਾਣ ਦੀ ਬਜਾਏ ਉਹ ਕਿਹਨੂੰ ਚੂਜ਼ ਕਰਦੇ ਆ ਟੈਕਨੀਕਲ ਗੈਜਟ ਸਿਨੇਮਾਜ਼ ਐਜ਼ ਵੈਲ ਐਜ਼ ਰੈਸਟੋਰੈਂਟ ਇਹਨਾਂ ਨੂੰ ਜ਼ਿਆਦਾ ਪ੍ਰੈਫਰ ਕਰਦੇ ਆ ਡਜ਼ ਇਟ ਪ੍ਰੂਵਸ ਦੈਟ ਇੱਥੋਂ ਇਹ ਗੱਲ ਪ੍ਰੂਵ ਹੁੰਦੀ ਆ ਈਜ਼ੀ ਅਵੇਲੇਬਿਲਿਟੀ ਆਫ ਇਲੈਕਟ੍ਰੋਨਿਕ ਗੈਜਟਸ even recreational activities leads to diminish their interest easy availability ਹੋਣ ਕਰਕੇ ਟੈਕਨੀਕਲ ਇਕਵਿਪਮੈਂਟਸ ਦੀ ਅਤੇ ਰੀਕ੍ਰੀਏਸ਼ਨਲ ਐਕਟੀਵਿਟੀਜ਼ ਦੀ ਤਾਂ ਕਰਕੇ ਉਹਨਾਂ ਦਾ ਜਿਹੜਾ ਇੰਟਰਸਟ ਆ ਮਿਊਜ਼ੀਅਮ ਦੀ ਤਰਫ ਘਟ ਗਿਆ ਆ ਹੁਣ ਤੁਸੀਂ ਦੇਖੋ BP1 ਦੇ ਵਿੱਚ ਜਸਟ ਮੈਂ ਰੀਜ਼ਨ ਦੱਸਿਆ ਕਿ ਕਿਉਂ ਘਟਦਾ ਆ ਕਿਉਂ ਘਟਦਾ ਕਿਉਂਕਿ ਟੈਕਨੀਕਲ ਗੈਜਟਸ ਅਵੇਲੇਬਲ ਹੈ ਹਰ ਇੱਕ ਬੱਚੇ ਤੋਂ ਹਰ ਇੱਕ ਯੂਥ ਤੋਂ ਅੱਜ ਕੱਲ੍ਹ ਫੋਨ ਹੈਗਾ ਲੈਪਟਾਪ ਹੈ ਕੰਪਿਊਟਰ ਹੈ ਠੀਕ ਹੈ ਜਾਂ ਵੀਡੀਓ ਗੇਮਸ ਵਗੈਰਾ ਉਹ ਸਾਰਾ ਦਿਨ ਉੱਤੇ ਟਾਈਮ ਸਪੈਂਡ ਕਰਦਾ ਜੇ ਉਹ 'ਤੇ ਨਹੀਂ ਕਰਦਾ ਦੈਨ ਰੀਕ੍ਰੀਏਸ਼ਨਲ ਐਕਟੀਵਿਟੀਜ਼ ਸਿਨੇਮਾ ਚਲੇ ਜਾਣਾ ਠੀਕ ਹੈ ਜਾਂ ਫਿਰ ਰੈਸਟੋਰੈਂਟ ਦੇ ਵਿੱਚ ਜਾਣਾ ਇਹਨਾਂ ਚੀਜ਼ਾਂ ਦੇ ਵਿੱਚ ਜਾਣਾ ਉਹ ਜ਼ਿਆਦਾ ਪ੍ਰੈਫਰ ਕਰਦਾ ਹੈ ਜਿਹਦੇ ਕਰਕੇ ਉਹਨਾਂ ਦਾ ਇੰਟਰਸਟ ਘਟ ਗਿਆ ਹੈਗਾ ਕਿਹਦੇ ਵੱਲੋਂ ਮਿਊਜ਼ੀਅਮ ਤੋਂ ਠੀਕ ਹੈ ਕਲੀਅਰ ਹੋਇਆ ਸੋ ਨੈਕਸਟ ਹੈ ਆਪਣਾ BP2 ਦੇ ਵਿੱਚ ਆਪਾਂ ਦੱਸਣਾ ਆ ਐਡਵਾਂਟੇਜਸ ਕੀ ਹੈਗੀਆਂ ਇਹਦੀਆਂ ਮੂਵਿੰਗ ਟੂਵਰਡਸ ਐਡਵਾਂਟੇਜਸ ਆਫ ਆਰਟ ਐਗਜ਼ੀਬਿਸ਼ਨ ਆਪਾਂ ਕੀ ਕਿਹਾ ਕਿ ਮੂਵ ਕਰਦੇ ਹਾਂ ਆਪਾਂ
ਕੀ ਐਡਵਾਂਟੇਜਿਸ ਹੈਗੀਆਂ ਆਰਟ ਐਗਜ਼ੀਬਿਸ਼ਨਸ ਦੀਆਂ, ਦੈਟ ਹਾਊ ਇਟ ਵਰਕ ਐਜ਼ ਏ ਬੂਨ ਫॉर them, ਕਿਵੇਂ ਇੱਕ ਆਰਟ ਐਗਜ਼ੀਬਿਸ਼ਨ ਲੋਕਾਂ ਦੇ ਲਈ ਵਰਦਾਨ ਦੀ ਤਰ੍ਹਾਂ ਕੰਮ ਕਰਦਾ ਆ, ਉਸ ਬਾਰੇ ਆਪਾਂ ਡਿਸਕਸ ਕਰਦੇ ਹਾਂ। ਦ ਪ੍ਰੀਡੋਮੀਨੈਂਟ ਵਨ, ਮੇਨ ਐਡਵਾਂਟੇਜਿਸ ਕੀ ਹੈਗੀ ਆ, ਇਟ ਇਜ਼ ਐਨ ਆਈਡੀਅਲ ਸੋਰਸ ਆਫ ਇਨਫੋਰਮੇਸ਼ਨ, ਇਹ ਸਭ ਤੋਂ ਵਧੀਆ ਤਰੀਕਾ ਆ ਇਨਫੋਰਮੇਸ਼ਨ ਲੈਣ ਦਾ, ਵੈਦਰ ਰਿਲੇਟਡ ਟੂ ਕਲਚਰ ਔਰ ਕਨਵੈਨਸ਼ਨਲ ਹਿਸਟਰੀ, ਚਾਹੇ ਉਹ ਇਨਫੋਰਮੇਸ਼ਨ ਕਲਚਰ ਨਾਲ ਰਿਲੇਟਡ ਹੋਵੇ ਜਾਂ ਕਨਵੈਨਸ਼ਨਲ ਹਿਸਟਰੀ ਨਾਲ ਰਿਲੇਟਡ ਹੋਵੇ। ਆਪਾਂ ਕਿੱਥੋਂ ਗੈਟ ਕਰ ਸਕਦੇ ਹਾਂ, ਮਿਊਜ਼ੀਅਮ ਤੋਂ ਗੈਟ ਕਰ ਸਕਦੇ ਹਾਂ। ਸੋ ਮਿਊਜ਼ੀਅਮ ਦਾ ਬੈਨੀਫਿਟ ਕੀ ਹੈਗਾ ਕਿ ਬਹੁਤ ਵਧੀਆ ਸੋਰਸ ਆਫ ਇਨਫੋਰਮੇਸ਼ਨ ਹੈਗਾ ਹੈ। ਹੁਣ ਆਪਾਂ ਇਹਨੂੰ ਐਕਸਪਲੇਨ ਕਰਦੇ ਹਾਂ। ਇਫ ਯੂਥ ਡਿਵੋਟ ਮਚ ਆਫ ਦੇਅਰ ਕੁਆਲਿਟੀ ਟਾਈਮ ਇਨ ਦੀਜ਼ ਪਲੇਸਿਸ, ਮੈਂ ਕਿਹਾ ਜੇ ਠੀਕ ਹੈ ਯੂਥ ਸਪੈਂਡ ਕਰਦਾ ਹੈ ਆਪਣਾ ਟਾਈਮ ਇਹਨਾਂ ਪਲੇਸਿਸ ਦੇ ਉੱਤੇ ਨੌਲੇਜ ਲੈਣ ਵਾਸਤੇ, ਬਾਈਗੋਨ ਟਾਈਮ ਮਤਲਬ ਕਨਵੈਨਸ਼ਨਲ ਟਾਈਮ ਦੀ ਨੌਲੇਜ ਲੈਣ ਵਾਸਤੇ ਜੇ ਉਹ ਇਹਨਾਂ ਪਲੇਸਿਸ ਦੇ ਉੱਤੇ ਟਾਈਮ ਸਪੈਂਡ ਕਰਦਾ ਆ, ਇਟ ਵਿਲ ਐਸਲਰੇਟ ਦ ਚਾਂਸਿਸ ਆਫ ਜੋਬ ਓਪਰਚੁਨਿਟੀਜ਼, ਉਹਦੇ ਨਾਲ ਕੀ ਹੋਣਗੀਆਂ, ਜੋਬ ਓਪਰਚੁਨਿਟੀਜ਼ ਦੇ ਚਾਂਸਿਸ ਆ ਉਹ ਇਨਕਰੀਜ਼ ਹੋਣਗੇ, ਕਿਉਂਕਿ ਉਹਨਾਂ ਤੋਂ ਵਾਸਟ ਇਨਫੋਰਮੇਸ਼ਨ ਹੋ ਜੂਗੀ। ਠੀਕ ਹੈ, ਉਹਨਾਂ ਤੋਂ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੋ ਜੂਗੀ, ਚਾਹੇ ਉਹ ਕਨਵੈਨਸ਼ਨਲ ਟਾਈਮ ਹੋ ਜਾਂ ਫਿਰ ਕਲਚਰ ਨਾਲ ਰਿਲੇਟਡ ਹੋ, ਉਹਨਾਂ ਤੋਂ ਨੌਲੇਜ ਆ ਉਹ ਬਹੁਤ ਹੀ ਜ਼ਿਆਦਾ ਹੋ ਜੂਗੀ, ਜਿਹਦੇ ਨਾਲ ਓਪਨ ਹੋ ਜਾਣਗੇ ਡੋਰ ਡਿਫਰੈਂਟ ਤਰ੍ਹਾਂ ਦੀ ਜੌਬਸ 'ਤੇ। ਅਪਾਰਟ ਫਰੋਮ ਦਿਸ, ਮਤਲਬ ਇਸ ਤੋਂ ਇਲਾਵਾ ਯੰਗਸਟਰ ਐਸੋਸੀਏਟ ਵਿਦ ਦ ਰੂਟਸ ਆਫ ਦੇਅਰ ਕਲਚਰ, ਇੱਕ ਦੂਜਾ ਬੈਨੀਫਿਟ ਇਹ ਹੈਗਾ ਯੂਥ ਹੈ ਨਾ ਉਹ ਆਪਣੇ ਕਲਚਰ ਦੀ ਰੂਟ ਦੇ ਨਾਲ ਕਨੈਕਟ ਰਹਿਣਗੇ। ਠੀਕ ਹੈ, ਆਪਣੇ ਕਲਚਰ ਦੇ ਬਾਰੇ ਉਹਨਾਂ ਨੂੰ ਇਨਫੋਰਮੇਸ਼ਨ ਪਤਾ ਹੋਊਗੀ ਜੇ ਉਹ ਉੱਥੇ ਜਾਂਦੇ ਆ ਮਿਊਜ਼ੀਅਮ ਦੇ ਵਿੱਚ। ਮੈਂ ਬੈਨੀਫਿਟ ਦੱਸ ਦਿੱਤੇ। ਹੁਣ ਦੇਖੋ ਐਗਜ਼ਾਮਪਲ, ਫॉर ਇੰਸਟੈਂਸ ਦਾ ਕਨੈਕਟਰ ਯੂਜ਼ ਕੀਤਾ ਆ, ਅ ਸਰਵੇ ਵਾਜ਼ ਕੰਡਕਟਡ ਬਾਏ ਇੰਡੀਅਨ ਲਾਅ ਮੇਕਰ, ਇੰਡੀਆ ਦੀ ਗੌਰਮੈਂਟ ਨੇ ਸਰਵੇ ਕੰਡਕਟ ਕੀਤਾ ਸੀ। ਫਾਊਂਡ ਦੈਟ, ਕਿਸ ਗੱਲ ਨੂੰ ਫਾਊਂਡ ਕੀਤਾ, ਆਲਮੋਸਟ ਏ ਕੁਆਰਟਰ ਅਡੋਲਸੈਂਟਸ ਗੋਟ ਜੋਬ ਇਨ ਮਲਟੀਨੈਸ਼ਨਲ ਕੰਪਨੀ ਐਜ਼ ਦੇ ਇੰਡਲਜ ਦੈਮਸੈਲਫ ਇਨ ਦੀਜ਼ ਮਿਊਜ਼ੀਅਮ, ਉਹਨਾਂ ਨੂੰ ਨੌਕਰੀ ਮਿਲ ਗਈ MNC ਕੰਪਨੀਜ਼ ਦੇ ਵਿੱਚ, ਕਿਉਂਕਿ ਉਹ ਜ਼ਿਆਦਾਤਰ ਆਪਣਾ ਟਾਈਮ ਕਿੱਥੇ ਸਪੈਂਡ ਕਰਦੇ ਸੀ, ਮਿਊਜ਼ੀਅਮ ਦੇ ਵਿੱਚ ਸਪੈਂਡ ਕਰਦੇ ਸੀ। ਜਸਟ ਓਨਲੀ ਬਿਕਾਜ਼ ਆਫ ਮਿਊਜ਼ੀਅਮ ਉਹਨਾਂ ਨੂੰ ਜੋਬ ਮਿਲੀ ਆ। ਸੋ ਨੈਕਸਟ ਦੇਖੋ ਰਿਜ਼ਲਟ, ਇਟ ਇਜ਼ ਕੁਆਇਟ ਕਲੀਅਰ ਦੈਟ, ਇਹ ਤੋਂ ਇਹ ਗੱਲ ਕਲੀਅਰ ਹੋ ਜਾਂਦੀ ਆ, ਦੇ ਵਿਲ ਨਾਈਦਰ ਡਿਟੈਚ ਫਰੋਮ ਕਸਟਮ, ਉਹ ਆਪਣੇ ਕਲਚਰ ਤੋਂ ਕਦੀ ਡਿਟੈਚ ਮਤਲਬ ਉਹਨਾਂ ਨੂੰ ਇਨਫੋਰਮੇਸ਼ਨ ਪਤਾ ਹੋਊਗੀ। ਠੀਕ ਹੈ, ਜੇ ਉਹ ਮਿਊਜ਼ੀਅਮ ਦੇ ਵਿੱਚ ਜਾਣਗੇ ਤਾਂ ਉਹਨਾਂ ਨੂੰ ਆਪਣੇ ਕਲਚਰ ਦੀ ਇਨਫੋਰਮੇਸ਼ਨ ਪਤਾ ਹੋਊਗੀ ਅਤੇ ਨਾ ਹੀ ਉਹ ਵੰਚਿਤ ਰਹਿਣਗੇ ਕੋਈ ਇੰਪੋਰਟੈਂਟ ਇਨਫੋਰਮੇਸ਼ਨ ਤੋਂ, ਮਤਲਬ ਉਹਨਾਂ ਨੂੰ ਹਰ ਇੱਕ ਇਨਫੋਰਮੇਸ਼ਨ ਪਤਾ ਹੋਊਗੀ, ਚਾਹੇ ਫਿਰ ਉਹ ਕਲਚਰ ਨਾਲ ਰਿਲੇਟਡ ਹੋਵੇ ਜਾਂ ਫਿਰ ਕੋਈ ਵੀ ਇੰਪੋਰਟੈਂਟ ਹਿਸਟਰੀ ਨਾਲ ਰਿਲੇਟਡ ਹੋਵੇ, ਉਹ ਉਹਨਾਂ ਨੂੰ ਨੌਲੇਜ ਆ ਉਹ ਹੋਊਗੀ। ਠੀਕ ਹੈ, ਸੋ ਨੈਕਸਟ ਦੇਖੋ ਕਨਕਲੂਜ਼ਨ ਦੇ ਵਿੱਚ ਕੀ ਚੀਜ਼ ਨੂੰ ਲਿਖਿਆ ਮੈਂ, ਟੂ ਕਨਕਲੂਡ ਇਟ ਦਾ ਕਨੈਕਟਰ ਯੂਜ਼ ਕੀਤਾ ਆ, although owing to progress in technical machinery and in other enjoyable activities are decreasing the worth of art gallery, ਮੈਂ ਕਿਹਾ ਚਾਹੇ ਟੈਕਨੀਕਲ ਗੈਜਟਸ ਦੇ ਵਿੱਚ ਇੰਪਰੂਵ ਹੋਣ ਕਾਰਨ, ਪ੍ਰੋਗਰੈਸ ਆਉਣ ਦੇ ਕਾਰਨ, ਜਾਂ ਫਿਰ ਜਿਹੜੀਆਂ ਦੂਜੀਆਂ ਇੰਜੋਏਬਲ ਐਕਟੀਵਿਟੀਜ਼ ਹੈਗੀਆਂ ਜਿਵੇਂ ਸਿਨੇਮਾ, ਰੈਸਟੋਰੈਂਟ, ਇਹ ਚੀਜ਼ਾਂ ਦੇ ਵਿੱਚ ਇਨਕਰੀਜ਼ ਹੋ ਰਿਹਾ ਆ, ਇਹਦੇ ਨਾਲ ਕੀ ਹੋ ਰਿਹਾ ਆ, ਇਹਦੇ ਨਾਲ ਜਿਹੜੀ ਆਰਟ ਗੈਲਰੀ ਆ ਉਹਦੀ ਵਰਥ ਘੱਟ ਰਹੀ ਆ, ਮਤਲਬ ਵੈਲਿਊ ਘੱਟ ਰਹੀ ਆ, ਲੋਕ ਉਹਨੂੰ ਪ੍ਰੈਫਰ ਨਹੀਂ ਕਰਦੇ। ਇਟ ਹੈਜ਼ ਇਨੋਰਮਸ ਪ੍ਰੋਜ਼ ਫॉर ਅਪਕਮਿੰਗ ਜਨਰੇਸ਼ਨ, ਐਡਵਾਂਟੇਜ ਦੱਸੀ ਕਿ ਇਹਦੇ ਬਹੁਤ ਜ਼ਿਆਦਾ ਪ੍ਰੋਜ਼ ਮਤਲਬ ਬੈਨੀਫਿਟਸ ਹੋਣਗੇ ਅਪਕਮਿੰਗ ਆਉਣ ਵਾਲੀ ਜਨਰੇਸ਼ਨ ਵਾਸਤੇ, ਆਰਟ ਗੈਲਰੀ ਦੇ ਬਹੁਤ ਜ਼ਿਆਦਾ ਬੈਨੀਫਿਟ ਹੋਣਗੇ। ਠੀਕ ਹੈ, ਕਲੀਅਰ ਹੋਇਆ। ਪਹਿਲਾਂ ਮੈਂ ਆਲਦੋ ਤੋਂ ਬਾਅਦ ਰੀਜ਼ਨ ਲਿਖਿਆ ਹੈ, ਰੀਜ਼ਨ ਦੇ ਵਿੱਚ ਆਪਾਂ ਮਸ਼ੀਨਰੀ, ਟੈਕਨੀਕਲ ਗੈਜਟਸ ਅਤੇ ਐਕਟੀਵਿਟੀਜ਼ ਦੀ ਗੱਲ BP1 ਦੇ ਵਿੱਚ ਕਰਕੇ ਆਏ ਸੀ। ਦੈਨ BP2 ਦੇ ਵਿੱਚ ਆਪਾਂ ਉਹਦੀ ਐਡਵਾਂਟੇਜਸ ਦੱਸੀਆਂ ਸੀ, ਸੋ ਉਹ ਮੈਂ ਕੋਮਾ ਤੋਂ ਬਾਅਦ ਲਿਖੀਆਂ ਹੋਈਆਂ। ਸੋ ਯੂ ਹੈਵ ਟੂ ਮੇਕ ਸ਼ੋਰ ਕਿ ਜਿਹੜੀ ਸਟੇਟਮੈਂਟ ਆਪਾਂ BP2 ਦੇ ਵਿੱਚ ਲਿਖੀ ਆ ਉਹ ਕੋਮਾ ਤੋਂ ਬਾਅਦ ਲਿਖੀ ਜਾਵੇ। ਠੀਕ ਹੈ, ਕਲੀਅਰ ਹੋਇਆ। ਓਕੇ, ਕੋਈ ਵੀ ਡਾਊਟ ਆ ਤਾਂ ਪੁੱਛ ਸਕਦੇ ਹੋ ਰਿਲੇਟਡ ਟੂ ਰਾਈਟਿੰਗ ਟਾਸਕ 2।